चलो जी चलो जी अभी कोऑर्डिनेशन कंपाउंड करते हैं तो अभी एल्बर्ट बर्नौली के पोस्टुलेट पढ़ते हैं तो पोस्टुलेट जो फिर रिपीट करता हूँ उसके बाद नेक्स्ट आप फर्दर देख लेंगे। तो नोट कर लो जी एल्बर्ट बर्नौली पोस्टुलेट नोट करने कर लो नहीं तो तुम्हारी कॉपी में नोट ही होने मैं थोड़े सौखे तरीके करूँगा एक नोट एल्बर्ट बर्नौली पोस्टुलेट होता जी जी रिसर्च की ਉਹਨੇ ਕਿਹੜੇ ਕਿਹੜੇ ਪੋਸਟੂਲੇਟ ਕਿਹੜੀ ਜਦੋਂ ਉਹਨੇ ਪ੍ਰੈਸਿਪੀਟੇਸ਼ਨ ਦੀ ਸਟੱਡੀ ਕੀਤੀ ਸੀ ਜਾਂ ਜਦੋਂ ਉਹਨੇ ਕੰਡਕਟਰ ਸਫੀਅਰ ਵਿੱਚ ਕੀਤੀ ਉਹਨੇ ਕਿਹੜੇ ਕਿਹੜੇ ਪੋਸਟੂਲੇਟ ਜਿਹੜੇ ਉਹਨੂੰ ਪਤਾ ਲੱਗਦੀਆਂ ਚੀਜ਼ਾਂ ਦੇ ਵਿੱਚ ਉਹ ਚੀਜ਼ਾਂ ਨੋਟ ਕਰ ਲਓ ਕਰਨੀਆਂ ਨੇ। ਫਸਟ ਵਨ ਪੁਆਇੰਟ ਉਹਨੇ ਕੀ ਅਬਜ਼ਰਵ ਕੀਤਾ ਹੈ ਮੈਟਲ ਐਟਮਸ exhibit two types of valencies भाई दसो केड़ी केड़ी वैलेंसी दोने देखनी है कि दो तरह की वैलेंसी होती है स्कैटरिंग वैलेंसी। चलो नोट कर लो जी फर्स्ट वन में केड़ी वैलेंसी पर बनती है प्राइमरी वैलेंसी और सेकंड वन में सेकेंडरी वैलेंसी। ये कहते हैं होती है जी जेड़ा सेंट्रल मेटल एटम है जो मेटल एटम देखता होगा है सेंट्रल मेटल एटम होता है। ये दो तरह की वैलेंसी ਜਿਹੜੀ ਐਗਜ਼ਿਬਿਟ ਕਰਦਾ ਵਾ ਆਪਣੇ ਵਿੱਚੋਂ ਦਿਖਾਉਂਦਾ ਵਾ। ਸੋ ਦੇਖੋ ਜੀ ਕਿੱਦਾਂ ਵਾ ਕਿ ਸੈਕੰਡਰੀ ਵੈलेंसी ਨੋਟ ਕਰ ਲਓ ਭਾਈ ਜੇ ਨਹੀਂ ਨੋਟ ਕਰਨਾ ਇਹ ਨਾ ਕਰੋ ਤੁਹਾਡੇ ਕੋਲ ਪਹਿਲਾਂ ਦਿਖਾ ਕੋਈ ਕੀਤਾ ਹੋਊਗਾ ਆਪਣੀ ਕਾਪੀ ਦੇ ਉੱਤੇ। ਉਸ ਤੋਂ ਬਾਅਦ ਆਪਾਂ ਜਿਹੜੀ ਪ੍ਰਾਇਮਰੀ ਵੈलेंसी ਆ ਉਹਨੂੰ ਪ੍ਰਾਇਮਰੀ ਵੈलेंसी ਕਿਉਂ ਬੋਲਦੇ ਆ ਕਿਉਂਕਿ ਉਹ ਆਕਸੀਡੇਟ ਹੋ ਜਾਂਦੀ ਹੈ ਉਹਦੇ ਵਿੱਚ ਆਕਸੀਡੇਸ਼ਨ ਹੋ ਜਾਂਦੀ ਹੈ मीन ਉਹਦੇ ਜਿਹੜੇ ਆਇਨਸ ਡਿਸੋਸੀਏਟ ਹੋ ਜਾਂਦੇ ਆ ਜਿਵੇਂ ਪਾਣੀ ਦੇ ਵਿੱਚ ਅਸੀਂ ਨਮਕ ਪਾਉਣੇ ਆ ਤੇ ਨਮਕ ਜਿਹੜਾ ਘੁਲ ਜਾਂਦਾ ਨਾ ਵਿੱਚ ਉਦਾਂ ਹੀ ਜਿਹੜੀ ਪ੍ਰਾਇਮਰੀ ਵੈलेंसी ਆ ਉਹਦੇ ਜਿਹੜੇ ਆਇਨਸ ਆ ਉਹ ਡਿਸੋਸੀਏਟ ਹੋ ਜਾਂਦੇ ਆ ਨਹੀਂ ਉਹਦੀ ਆਕਸੀਡੇਸ਼ਨ ਹੋ ਜਾਂਦੀ ਹੈ। ਹੁਣ ਸੈਕੰਡਰੀ ਵੈलेंसी ਦੀ ਗੱਲ ਕਰ ਲਓ ਜੀ ਜਿਹੜੀ ਸੈਕੰਡਰੀ ਵੈलेंसी ਆ ਉਹ ਨੰਬਰ ਆਫ ਲਿਗੈਂਡਸ ਸ਼ੋ ਕਰਦੀ ਹੈ। ਨੰਬਰ ਆਫ ਲਿਗੈਂਡਸ ਕੀ ਹੁੰਦੇ ਆ ਕੋਆਰਡੀਨੇਸ਼ਨ ਨੰਬਰ ਅਸੀਂ ਪ੍ਰੈਸਿਪੀਟੇਸ਼ਨ ਸਟੱਡੀ ਦੇ ਵਿੱਚ ਕੀਤਾ ਸੀ ਤਾਂ ਦੱਸਿਆ ਕਿ ਜਿਹਦੇ ਵਿੱਚ ਹੈ ਕੋਬਾਲਟ ਕਲੋਰਾਈਡ ਨਾਲ Na3 ਦੇ 6 ਮੋਲੀਕੂਲ ਕੀਤਾ ਹੈ ਨਾ ਤਾਂ ਕਰਕੇ ਇਹ ਤਾਂ ਦੱਸਿਆ ਗਿਆ ਕਲੋਰੀਨ ਜਿਹੜਾ ਵਾ ਉਹ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡਡ ਨਹੀਂ ਹੈ ਟੈਂਪਰੇਰੀ ਬੌਂਡਡ ਹੈ ਠੀਕ ਹੈ ਜੀ ਮੀਨਸ ਉਹਦੀ ਆਇਓਨਾਈਜੇਸ਼ਨ ਹੋ ਜਾਂਦੀ ਹੈ ਉਹਦੇ ਆਇਨ ਜਿਹੜੇ ਡਿਸੋਸੀਏਟ ਹੋ ਜਾਂਦੇ ਆ ਕਹਿ ਸਕਦੇ ਹਾਂ ਜਿਹੜੇ ਆਇਨ ਬ੍ਰੇਕ ਹੋ ਜਾਂਦੇ ਨੇ ਠੀਕ ਹੈ ਜੀ। ਸੋ ਜਿਹੜੀ ਸੈਕੰਡਰੀ ਵੈलेंसी ਆ ਉਹ ਨੰਬਰ ਆਫ ਲਿਗੈਂਡਸ ਸ਼ੋ ਕਰਦੀ ਹੈ ਜਾਂ ਫਿਰ ਕੋਆਰਡੀਨੇਸ਼ਨ ਨੰਬਰ ਸ਼ੋ ਕਰਦੀ ਹੈ। ਲਿਗੈਂਡ ਨੂੰ ਕੋਆਰਡੀਨੇਸ਼ਨ ਨੰਬਰ ਵੀ ਬੋਲ ਸਕਦੇ ਹਾਂ ਜੀ ਕੋਆਰਡੀਨੇਸ਼ਨ ਨੰਬਰ ਸ਼ੋ ਕਰਦੀ ਹੈ ਜਿਹੜਾ ਕੋਆਰਡੀਨੇਸ਼ਨ ਨੰਬਰ ਨੂੰ ਲਿਗੈਂਡ ਵੀ ਬੋਲ ਸਕਦੇ ਅੱਗੇ ਮੈਂ ਡਾਇਗਰਾਮ ਬਣਾਉਣੀ ਹੈ ਸਾਨੂੰ ਸਮਝ ਆ ਜਾਊਗੀ। ਸੋ ਇਹ ਅਜੇ ਇਹਨਾਂ ਨੋਟ ਕਰ ਲਓ ਜਿਹੜੀ ਸੈਕੰਡਰੀ ਵੈलेंसी ਆ ਉਹ ਕੋਆਰਡੀਨੇਸ਼ਨ ਨੰਬਰ ਸ਼ੋ ਕਰਦੀ ਹੈ। ਸੋ ਮੈਂ ਜਦੋਂ ਡਾਇਗਰਾਮ ਬਣਾਉਂਗਾ ਸਾਰੀ ਸਮਝ ਆਊਗੀ ਕੰਪਲੀਟ ਕਰ ਲਓ ਬਸ। ਉਸ ਤੋਂ ਬਾਅਦ ਨੈਕਸਟ ਦੇਖੋ ਜੀ आगे नोट करो जी ये में कोऑर्डिनेशन कंपाउंड मैं शॉर्ट में लिखता जी कोऑर्डिनेशन कंपाउंड हैज टू फुलफिल द बोथ वैलेंसीज। देखो ये कोऑर्डिनेशन कंपाउंड है ਉਹਦੇ ਵਿੱਚ ਪ੍ਰਾਇਮਰੀ ਵੈलेंसी ਨੂੰ ਫੁਲਫਿਲ ਕਰਨਾ ਪੈਂਦਾ ਵਾ ਔਰ ਸੈਕੰਡਰੀ ਵੈलेंसी ਨੂੰ ਫੁਲਫਿਲ ਕਰਨਾ ਪੈਂਦਾ ਮੀਨਸ ਦੋਨਾਂ ਨੂੰ ਭਰਨਾ ਪੈਂਦਾ ਖਾਲੀ ਨਹੀਂ ਕਰ ਸਕਦੇ ਨਾ ਇਹਨੂੰ ਖਾਲੀ ਕਰ ਸਕਦੇ ਨਾ ਇਹਨੂੰ ਖਾਲੀ ਕਰ ਸਕਦੇ। ਸੋ ਇਸ ਕਰਕੇ ਕੀ ਕਹਿ ਸਕਦੇ ਹਾਂ ਇਨ ਕੋऑर्डिनेशन कंपाउंड हैज टू फुलफिल both the valencies both the valencies के लिए प्राइमरी वैलेंसी फुलफिल करनी पैंदी है और सेकेंडरी वैलेंसी भी फुलफिल करनी पैंदी है मींस कोऑर्डिनेशन कंपाउंड दे विच दोनों वैलेंसीज ਜਿਹੜੀਆਂ ਉਹ फुलफिल करते हैं। नेक्स्ट देखो जी एक और ਵਧੀਆ पॉइंट है प्राइमरी वैलेंसी इज वेरिएबल। देखो ਜਿਹੜੀ ਵੀ वादी घट ਨੂੰ वेरिएबल बोल देते हैं ਜਿਹੜੀ प्राइमरी वैलेंसी है वो ज्यादा भी हो सकती है घट भी हो सकती है। नेक्स्ट
ਨੈਕਸਟ ਦੇਖੋ ਜੀ ਸੈਕੰਡਰੀ ਵੈਲੈਂਸੀ ਦੀ ਗੱਲ ਕਰ ਲਓ। ਸੈਕੰਡਰੀ ਵੈਲੈਂਸੀਜ਼ ਆਰ ਫਿਕਸਡ ਜਾਂ ਕਨਸਟੈਂਟ। ਫਿਕਸਡ ਵੀ ਲਿਖ ਸਕਦੇ ਨੇ, ਕਨਸਟੈਂਟ ਵੀ ਲਿਖ ਸਕਦੇ ਨੇ। ਇਹ ਜਿਹੜੀ ਬਰਾਬਰ ਰਹਿੰਦੀ ਹੈ, ਨਾ ਵੱਧਦੀ ਹੈ ਨਾ ਘਟਦੀ ਹੈ। ਸੈਕੰਡਰੀ ਵੈਲੈਂਸੀ ਜਿਹੜੀ ਹੈ ਹਮੇਸ਼ਾ ਫਿਕਸ ਹੁੰਦੀ ਹੈ ਔਰ ਕਨਸਟੈਂਟ ਹੁੰਦੀ ਹੈ। ਪਰ ਜਿਹੜੀ ਪ੍ਰਾਇਮਰੀ ਵੈਲੈਂਸੀ ਹੈ ਉਹ ਜ਼ਿਆਦਾ ਵੀ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਨੈਕਸਟ ਵੇਖਣਾ ਜੀ ਇਹਦੇ ਹੋਰ ਪੁਆਇੰਟ ਹੈ, ਜਿਹੜੀ ਪ੍ਰਾਇਮਰੀ ਵੈਲੈਂਸੀ ਹੈ ਉਹ ਐਜ਼ ਅ ਸੈਕੰਡਰੀ ਵੈਲੈਂਸੀ ਵੀ ਬਿਹੇਵ ਕਰ ਸਕਦੀ ਹੈ ਔਰ ਪ੍ਰਾਇਮਰੀ ਵੈਲੈਂਸੀ ਵੀ ਬਿਹੇਵ ਕਰ ਸਕਦੀ ਹੈ। ਇੱਥੇ ਮੈਂ ਇੱਕ ਐਗਜ਼ਾਮਪਲ ਲਵਾਂਗਾ ਫਿਰ ਸਾਰੀ ਸਮਝ ਲੱਗ ਜੂਗੀ ਕਿ ਜਿਹੜੀ ਪ੍ਰਾਇਮਰੀ ਵੈਲੈਂਸੀ ਆ ਉਹ ਐਜ਼ ਅ ਸੈਕੰਡਰੀ ਵੈਲੈਂਸੀ ਵੀ ਬਿਹੇਵ ਕਰ ਸਕਦੀ ਹੈ। ਕੰਡੀਸ਼ਨ ਹੀ ਹੈ ਕਿਉਂਕਿ ਇਹ ਇਦਾਂ ਦੀ ਕੰਡੀਸ਼ਨ ਹੋਣੀ ਹੈ ਕਿ ਇਹਦੇ ਸਾਨੂੰ ਕੋਆਰਡੀਨੇਸ਼ਨ ਕੰਪਾਊਂਡ ਮਿਲਣਗੇ ਜਦੋਂ ਜਿਹੜੀ ਪ੍ਰਾਇਮਰੀ ਵੈਲੈਂਸੀ ਆ ਉਹ ਐਜ਼ ਅ ਸੈਕੰਡਰੀ ਵੈਲੈਂਸੀ ਵੀ ਬਿਹੇਵ ਕਰਦੀ ਹੈ। ਸੋ ਇਹ ਚੀਜ਼ ਨੋਟ ਕਰ ਲਿਓ ਜੀ, ਆਪਣੀ ਕਾਪੀ ਤੇ ਨੋਟ ਕਰ ਲਿਓ। ਜਿਹੜੀ ਪ੍ਰਾਇਮਰੀ ਵੈਲੈਂਸੀ ਆ ਕੁਝ ਕੇਸ ਦੇ ਵਿੱਚ ਉਹ ਐਜ਼ ਅ ਸੈਕੰਡਰੀ ਵੈਲੈਂਸੀ ਵੀ ਬਿਹੇਵ ਕਰਦੀ ਹੈ ਔਰ ਐਜ਼ ਅ ਪ੍ਰਾਇਮਰੀ ਵੈਲੈਂਸੀ ਵੀ ਬਿਹੇਵ ਕਰਦੀ ਹੈ। ਇਹ ਦੋਨੋਂ ਕੰਮ ਹੀ ਕਰਦੀ ਹੈ। ਜਿਹੜੀ ਪ੍ਰਾਇਮਰੀ ਵੈਲੈਂਸੀ ਆ ਉਹ ਸੈਕੰਡਰੀ ਵੈਲੈਂਸੀ ਵੀ ਬਿਹੇਵ ਕਰਦੀ ਹੈ ਔਰ ਪ੍ਰਾਇਮਰੀ ਵੈਲੈਂਸੀ ਵੀ ਬਿਹੇਵ ਕਰਦੀ ਹੈ। ਸੋ ਨੈਕਸਟ ਨੋਟ ਕਰਨਾ ਜੀ, ਦੇਖੋ ਜਿਹੜਾ ਸੈਕੰਡਰੀ ਵੈਲੈਂਸੀ ਹੈ ਉਹ ਫਿਕਸਡ ਹੁੰਦੀ ਹੈ ਜਾਂ ਕਨਸਟੈਂਟ ਹੁੰਦੀ ਹੈ। ਸੋ ਇਹਦੇ ਬੇਸ ਤੇ ਜਿਹੜੀ ਜਿਓਮੈਟਰੀ ਬਣਦੀ ਹੈ ਕਿਸੇ ਵੀ ਕੰਪਾਊਂਡ ਦੀ, ਆਪਾਂ ਜਿਓਮੈਟਰੀ ਪੜ੍ਹਦੇ ਨੇ ਸਕੁਅਰ ਪੈਟਰਨ, ਟੈਟਰਾਹੈਡਰਲ, ਬੈਂਕ ਸ਼ੇਪ, ਪਲੇਨਰ ਸਟਰਕਚਰ, ਇਦਾਂ ਕਰਕੇ ਹੋਰ ਬਹੁਤ ਸਾਰੇ ਟਾਈਪ ਦੀ ਪੜ੍ਹੀ ਹੋਣਾ, ਟ੍ਰਾਈਗੋਨਲ, ਬਾਈਪਿਰਾਮਿਡਲ, ਜਿੰਨੀ ਵੀ ਜਿਓਮੈਟਰੀ ਬਣਦੀ ਕਿਸੇ ਕੰਪਾਊਂਡ ਦੀ, ਜਿਵੇਂ ਅਸੀਂ ਆਕਸੀਜਨ ਦੀ ਗੱਲ ਕਰ ਲਈਏ, ਕਾਰਬਨ ਡਾਈਆਕਸਾਈਡ ਦੀ ਗੱਲ ਕਰ ਲਈਏ, ਉਹਦੀ ਕੋਈ ਨਾ ਕੋਈ ਜਿਓਮੈਟਰੀ ਹੋਊਗੀ। ਜਿਵੇਂ ਅਸੀਂ ਵਾਟਰ ਦੀ ਗੱਲ ਕਰ ਲਈਏ ਕਰ ਕਰਕੇ, ਜਿਵੇਂ H2S ਦੀ ਗੱਲ ਕਰ ਲਓ, ਦੇਖੋ ਇਹ ਐਸ ਹੈ, ਇਹ ਦੀ ਜਿਓਮੈਟਰੀ ਬਣਦੀ। ਇਹ ਕਿਹੜੀ ਜਿਓਮੈਟਰੀ ਹੈ? ਇਹ ਪਲੈਨਰ ਸ਼ੇਪ ਹੈ। ਜਿਹੜੀ ਇਹ ਪਲੈਨਰ ਸ਼ੇਪ ਹੈ, ਜਿਹੜੀ ਇਹਦੀ ਜਿਓਮੈਟਰੀ ਬਣੀ ਹੈ ਉਹ ਕਿਹਦੇ ਬੇਸ ਤੇ ਬਣਦੀ ਹੈ? ਸੈਕੰਡਰੀ ਵੈਲੈਂਸੀ ਦੇ ਬੇਸ ਤੇ। ਕਿਉਂਕਿ ਜਿਹੜੀ ਸੈਕੰਡਰੀ ਵੈਲੈਂਸੀ ਉਹ 3D ਹੁੰਦੀ ਹੈ, ਤਿੰਨੋਂ ਡਾਇਰੈਕਸ਼ਨ ਦੇ ਵਿੱਚ ਹੁੰਦੀ ਹੈ। X ਡਾਇਰੈਕਸ਼ਨ ਵੀ ਹੁੰਦੀ ਹੈ, Y ਵੀ ਹੁੰਦੀ ਹੈ ਔਰ Z ਡਾਇਰੈਕਸ਼ਨ ਵੀ ਹੁੰਦੀ ਹੈ। ਕਹਿ ਸਕਦੇ ਕਿ ਤਿੰਨੋਂ ਡਾਇਰੈਕਸ਼ਨ ਦੇ ਵਿੱਚ ਵਰਕ ਕਰਦੀ ਹੈ। ਇਸ ਕਰਕੇ ਜਿਹੜੀ ਸੈਕੰਡਰੀ ਵੈਲੈਂਸੀ ਹੈ ਉਹਦੇ ਬੇਸ ਤੇ ਕਿਸੇ ਵੀ ਕੰਪਾਊਂਡ ਦਾ, ਉਹਦੇ ਬੇਸ ਤੇ ਕਿਸੇ ਵੀ ਕੰਪਾਊਂਡ ਦਾ ਉਹਦੇ ਬੇਸ ਤੇ ਦੇਖੋ ਜੀ ਕਿਸੇ ਵੀ ਕੰਪਾਊਂਡ ਦਾ ਜਿਹੜਾ ਵਾ ਜਿਹੜੀ ਵੀ ਸੈਕੰਡਰੀ ਵੈਲੈਂਸੀ ਹੈ ਉਹਦੇ ਬੇਸ ਤੇ ਕਿਸੇ ਵੀ ਕੰਪਾਊਂਡ ਦਾ ਅਸੀਂ ਸਟਰਕਚਰ ਬਣਾ ਸਕਦੇ ਹਾਂ। ਠੀਕ ਹੈ ਜੀ, ਕਿਉਂ ਬਣਾ ਸਕਦੇ ਹਾਂ? ਕਿਉਂਕਿ ਇਹ ਜਿਹੜੀ ਸੈਕੰਡਰੀ ਵੈਲੈਂਸੀ ਉਹ ਫਿਕਸਡ ਹੁੰਦੀ ਆ, ਕਨਸਟੈਂਟ ਹੁੰਦੀ ਆ। ਸੋ ਇਹਨੂੰ ਨੋਟ ਕਰ ਲਓ ਜੀ ਪਹਿਲਾਂ। ਉਸ ਤੋਂ ਬਾਅਦ ਇਹਦੀ ਆਪਾਂ ਕਰਦੇ ਹਾਂ ਐਗਜ਼ਾਮਪਲ, ਤਾਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਊਗਾ। ਸੈਕੰਡਰੀ ਵੈਲੈਂਸੀ ਜਿਹੜੀ ਹੈ ਇਹਦੇ ਵਿੱਚ ਕੋਆਰਡੀਨੇਸ਼ਨ ਪੋਲੀਹੈਡਰਲ, ਕੋਆਰਡੀਨੇਸ਼ਨ ਪੋਲੀਹੈਡਰਲ, ਜਿਹੜੀ ਸੈਕੰਡਰੀ ਵੈਲੈਂਸੀ ਆ ਉਹਦੇ ਵਿੱਚ ਕੋਆਰਡੀਨੇਸ਼ਨ ਪੋਲੀਹੈਡਰਲ ਦਾ, ਕੋਆਰਡੀਨੇਸ਼ਨ ਪੋਲੀਹੈਡਰਲ ਦੀ स्पेशल अरेंजमेंट होता है। और जो स्पेशल अरेंजमेंट है वो 3D अरेंजमेंट भी कह देते हैं, 3D स्पेस भी कह देते हैं। सो देखो जी ਇਹਦੇ ਬੇਸ ਤੇ ਜਿਓਮੈਟਰੀ ਬਣਦੀ, ਇਹਦੇ ਬੇਸ ਤੇ ਜਿਹੜੀ ਕੀ ਬਣਦੀ ਹੈ? ਜਿਓਮੈਟਰੀ ਸ਼ੇਪ ਐਂਡ ਸਾਈਜ਼ ਬਣਦਾ। ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਨਾ H2S ਦੀ, ਇਹਦੇ ਵਿੱਚ ਜਿਹੜਾ ਹਾਈਡਰੋਜਨ ਸਲਫਾਈਡ ਹੈ, ਜਿਹੜੀ ਇਹਦੀ ਜਿਓਮੈਟਰੀ ਬਣਦੀ ਪਈ ਹੈ ਉਹ ਕਾਹਦੇ ਬੇਸ ਤੇ ਬਣਦੀ ਪਈ ਹੈ? ਸੈਕੰਡਰੀ ਵੈਲੈਂਸੀ, ਨਾ ਕਿ ਪ੍ਰਾਇਮਰੀ ਵੈਲੈਂਸੀ। ਠੀਕ ਹੈ ਜੀ। ਸੋ ਅੱਗੇ ਜਾ ਕੇ ਜਿਓਮੈਟਰੀ ਪੜ੍ਹਨੀ ਹੈ, ਵੇਖ ਲਿਓ ਕਿੱਦਾਂ ਬਣਦੀ। ਹੁਣ ਮੈਂ ਬਣਾਉਣ ਹੀ ਲੱਗਾ ਬਸ ਇੱਕ ਮਿੰਟ ਵੇਟ ਕਰੋ, ਆ ਸਾਰੀ ਵੀਡੀਓ ਹੋਈ ਤੇ ਵਾਕਿਆ ਸੈਕੰਡਰੀ ਵੈਲੈਂਸੀ ਨਹੀਂ ਬਣਦੀ। ਉਹ ਸਾਰੇ ਗਲਤੀ ਦਿਖਾਈ ਜਾਂਦੇ। ਇਹਦੀ ਹੁਣ ਅਸੀਂ ਐਗਜ਼ਾਮਪਲ ਲੈਣੀ, ਸਾਰੀ ਸਮਝਾ ਰਹੀ ਜਿਹੜੀ ਸੈਕੰਡਰੀ ਵੈਲੈਂਸੀ ਨਾਲ ਜਿੱਦਾਂ ਉਹ ਫਿਕਸਡ ਹੁੰਦੀ ਹੈ, ਪ੍ਰਾਇਮਰੀ ਵੈਲੈਂਸੀ ਜਿਹੜੀ ਵੇਰੀਏਬਲ ਹੁੰਦੀ ਹੈ। ਸੋ ਜਿਹੜੀ ਸੈਕੰਡਰੀ ਵੈਲੈਂਸੀ ਹੈ ਉਹ 3D ਸਪੇਸ ਦੇ ਵਿੱਚ ਵਰਕ ਕਰਦੀ ਹੈ। ਉਹ X ਡਾਇਰੈਕਸ਼ਨ ਵੀ ਹੋਊਗੀ, Y ਵੀ ਹੋਊਗੀ, Z ਵੀ ਹੋਊਗੀ, ਉਹਦੇ ਬੇਸ ਤੇ ਹੀ ਜਿਓਮੈਟਰੀ ਬਣਦੀ ਹੈ। ਤੁਹਾਡੀ ਬੋਡੀ ਹੈ, ਤੁਹਾਡੀ ਬੋਡੀ X ਡਾਇਰੈਕਸ਼ਨ ਵੀ ਹੈਗੀ ਹੈ, ਮੰਨ ਲਓ ਇਦਾਂ ਦੀ ਹੈਗੀ ਹੈ, वर्टिकल भी हैगी है, कह सकते हैं तीनों डायरेक्शन में ਤੁਹਾਡੀ ਜਿਹੜੀ ਬੋਡੀ ਆ ਉਹ ਲਾਈ ਕਰ ਦਿੰਦੀ ਹੈ। ਮੀਨਸ ਤੁਹਾਡਾ ਜਿਹੜਾ ਸ਼ੇਪ ਐਂਡ ਸਾਈਜ਼ ਆ ਉਹ ਕਹਿ ਸਕਦੇ ਹਾਂ ਕਿ ਉਹਦੇ ਬੇਸ ਤੇ ਬਣਦਾ। ਸੋ ਇਦਾਂ ਹੀ ਜਿਹੜੇ ਕੰਪਾਊਂਡ ਆ ਉਹਦੇ ਵਿੱਚ ਸੈਕੰਡਰੀ ਵੈਲੈਂਸੀ ਉਹ ਫਿਕਸ ਹੁੰਦੀ ਹੈ, ਚੇਂਜ ਨਹੀਂ ਹੁੰਦੀ। ਅਗਰ ਉਹ ਚੇਂਜ ਨਹੀਂ ਹੁੰਦੀ ਉਹਦੇ ਬੇਸ ਤੇ ਹੀ ਕਿਸੇ ਵੀ ਕੰਪਾਊਂਡ ਦੀ ਜਿਓਮੈਟਰੀ ਕ੍ਰੀਏਟ ਹੁੰਦੀ ਹੈ। ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਸਕੁਅਰ ਪਲੈਨਰ, ਉਸ ਤੋਂ ਬਾਅਦ ਸਕੁਅਰ ਪਲੈਨਰ ਤੋਂ ਬਾਅਦ ਟੈਟਰਾਹੈਡਰਲ, ਟ੍ਰਾਈਗੋਨਲ, ਬਾਈਪਿਰਾਮਿਡਲ, ਪਲੇਨਰ, ਬੈਂਕ ਸ਼ੇਪ, ਜੋ ਵੀ ਜਿੰਨੀਆਂ ਜਿਓਮੈਟਰੀ ਹੁੰਦੀਆਂ ਵਾ ਸਾਰੀਆਂ ਸੈਕੰਡਰੀ ਵੈਲੈਂਸੀ ਦੇ ਬੇਸ ਤੇ ਵਰਕ ਕਰਦੀਆਂ। ਹੁਣ ਮੈਂ ਐਗਜ਼ਾਮਪਲ ਲੈਣ ਲੱਗਾ ਜੀ ਵਿੱਚ। ਸੋ ਐਗਜ਼ਾਮਪਲ ਸਾਡੇ ਵਾਸਤੇ ਵੈਰੀ ਇੰਪੋਰਟੈਂਟ ਹੈ। ਸੋ ਐਗਜ਼ਾਮਪਲ ਦੇ ਵਿੱਚ ਕੋਈ ਫਸਟ ਕੰਪਾਊਂਡ ਹੈ ਸਾਡੇ ਕੋਲ, ਨੋਟ ਕਰ ਲਓ ਜੀ ਬੜਾ ਜਿਹਾ। ਫਸਟ ਕੰਪਾਊਂਡ ਉਹ ਜੀ ਜਿੱਤੇ ਜਿਹੜਾ ਸਰਚ ਕੀਤੀ ਵਰਤੋਂ ਦੇ ਸਾਰਾ ਹੋਏਗਾ ਉਹ ਹੈਗਾ ਸਾਡੇ ਕੋਲ ਕੋਬਾਲਟ ਕਲੋਰਾਈਡ, ਔਰ ਇਹਦੇ ਨਾਲ ਉਹਨੇ ਕੀ ਰਿਹਾ ਹੈ ਕਿ ਅਮੋਨੀਆ ਲਿਆ ਹੈ। ਅਮੋਨੀਆ ਦੇ ਕਿੰਨੇ ਮੋਲੀਕੂਲ
क्या है 6 मॉलिक्यूल है, ठीक है। ये फर्स्ट कंपाउंड है और ये तो पहला पढ़ा चुका हां जो प्रेसिपिटेशन स्टडी की थी। जेड़ा क्लोरीन है कोबाल्ट के नाल परमानेंटली बॉन्डेड नहीं है, टेंपरेरी बॉन्डेड है। और जेड़ा क्लोरीन है वो की हो जाता जी डिसोशिएट हो जाता, ਉਹਦੇ आयन ਜਿਹੜੇ डिसोशिएट हो जाते हैं। सो देखो जी ये जो ये स्ट्रक्चर बनाई है ਇਹਦੇ ਤੋਂ ਪਹਿਲਾਂ ਮੈਨੂੰ ਦੱਸੋਗੇ ਇਹਦਾ ਕੋਆਰਡੀਨੇਸ਼ਨ ਨੰਬਰ ਕਿੰਨਾ ਹੋਊਗਾ। ਆ ਸਾਡੇ ਸਾਹਮਣੇ ਹੈ, ਇਹਦਾ ਕੋਆਰਡੀਨੇਸ਼ਨ ਨੰਬਰ ਦੱਸੋ ਕਿੰਨਾ ਹੋਊਗਾ, ਦੇਖ ਕੇ ਪਤਾ ਲੱਗਦਾ ਪਿਆ। सर जिला यदि सेकेंडरी वैलेंसी कितनी होगी तो सेकेंडरी वैलेंसी में ही कोऑर्डिनेशन वैल्यू कह सकते हैं, लेकिन भी कह सकते हैं। देख के दोस्तों पता लगता 6 ਇਹਦਾ 6 कोऑर्डिनेशन नंबर है। प्रूफ करा आगे देखो हमने की डायग्राम बनाया। कोबाल्ट ਸਾਡਾ सेंटर मैटर एटम है ਜਿਹਦੇ ਵਿੱਚ कोबाल्ट ਨੂੰ सेंटर ਤੇ ਲੈ ਲਓ। ਹਾਂਜੀ कंडक्टेंस ਦੇ ਵਿੱਚ ਪੜਿਆ ਵਾ ਇਹ ਉਹਦੇ ਨਾਲ ਰੋਕਦਾ ਹੀ ਹੈ। नहीं है ये वही है पर थोड़ा ज्यादा डिटेल ना रहना। ਹੁਣ ਇਹਦੇ ਵਿੱਚ ਐਗਜ਼ਾਮਪਲ ਉਹ ਦੇ ਕੇ ਕਰਾਉਂਦੇ ਨਾ ਜਿਹੜਾ हाँ ये तो मैंने अपना ही कराया था आ ड्यू पता करना। सो देखो जेड़ा कोबाल्ट है ਇਹਦਾ कोऑर्डिनेशन नंबर कितना था ਦੱਸਿਆ ਵਾ, ਇਹਦਾ कोऑर्डिनेशन नंबर 6 है। सो देखो जी कोबाल्ट ਜਿਹੜਾ ਸਾਡਾ सेंटर मैटर एटम है फिर ਦੀ मैटर बना दो जी। देखो जी ਇਦਾਂ ਕਰਕੇ ਲਾਈਨ ਲਾ ਲਓ, ਬੋਲਡ ਲਾਈਨ ਨੂੰ ਬੋਲ ਦਿੰਦੇ ਆ ਜਿਹੜੀ ਕਿਉਂਕਿ ਸਾਡੀ ਸੈਕੰਡਰੀ ਵੈਲੈਂਸੀ ਹੈ ਉਹਨੂੰ ਹਮੇਸ਼ਾ ਹੀ ਬੋਲਡ ਲਾਈਨ ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਇਹ ਸਾਡੀ ਬੋਲਡ ਲਾਈਨ ਹੈ ਜਾਂ ਡਾਰਕ ਲਾਈਨ ਹੈ। ਸੋ ਦੇਖੋ ਜੀ ਇਹ ਕਹਿੰਦੇ ਕਿ ਇੱਥੇ ਆ ਗਿਆ, ਇਹ ਕਹਿੰਦੇ ਕਿ ਇੱਥੇ ਆ ਗਿਆ, ਬਣਾਉਣੀ ਸਾਰੀ ਕਾਪੀ ਤੇ ਇਹ NH3 ਇੱਥੇ ਆ ਗਿਆ और ये NH3 एक ਇੱਥੇ ਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਿੰਨੇ ਬਾਈ ਦੇ ਪਏ ਹੋਰ 2 ਬਾਈ ਦੇ ਪਏ एक्सियल पोजीशन में बना दो, एक कैसे बना दो एक कैसे बना दो, एक NH3 ਇੱਥੇ ਆ ਗਿਆ और एक NH3 ਇੱਥੇ ਆ ਗਿਆ। ਸੋ ਉਸ ਤੋਂ ਬਾਅਦ ਤੁਸੀਂ ਮਿਲਾ ਦੇਣਾ ਇਦਾਂ ਕਰਕੇ ਰੀਡ ਕਰਾ ਦਿਓ, ਜਿਹੜੇ ਇਹ ਕਾਰਨਰ ਹੈ ਇਹ ਰੀਡ ਕਰਾ ਦਿਓ, ਠੀਕ ਹੈ ਜੀ। ਹੁਣ ਦੇਖੋ ਜੀ ਇਹਦੇ ਵਿੱਚ ਜੀ ਹੋਰ ਕੋਈ ਬਾਈ ਦਾ ਪਿਆ, ਇਹਦੇ ਵਿੱਚ ਪ੍ਰਾਇਮਰੀ ਵੈਲੈਂਸੀ ਬਾਈ ਦੀ ਪਈ ਹੈ। ਪ੍ਰਾਇਮਰੀ ਵੈਲੈਂਸੀ ਕਿਹੜੀ ਦੱਸੋ, ਇਹਦੇ ਵਿੱਚ ਦੱਸੋ ਮੈਨੂੰ, ਤੁਸੀਂ ਦੱਸਣੀ ਹੈ। ਉਹ ਜਿਹੜਾ ਕੰਪਾਊਂਡ ਲਿਖਿਆ ਹੋਇਆ ਸਰ ਕੋਬਾल्ट ਦਾ ਸਰ ਸੈਂਟਰ ਲੈਟਰ ਉਹਦੇ ਵਿੱਚ ਲਿਖਦਾ ਬੇਟੇ ਵਿੱਚ ਸਰ ਕੀ ਬਾਈ ਦਾ ਹੈ, ਕਲੋਰੀਨ ਬਾਈ ਦਾ ਹੈ ਬਾਈ। ਥੋੜਾ ਕਲੋਰੀਨ ਹੈ ਉਹ ਸਾਡੀ ਪ੍ਰਾਇਮਰੀ ਵੈਲੈਂਸੀ ਫੁੱਲਫਿਲ ਕਰਦਾ, ਕਹਿ ਸਕਦੇ ਜਿਹੜੇ ਕਲੋਰੀਨ ਦੇ ਆਏ ਨਾ ਡਿਸੋਸੀਏਟ ਹੋ ਸਕਦੇ। ਹੁਣ ਇਹਦਾ ਜਿਹੜਾ ਕਲੋਰੀਨ ਹੈ ਉਹ ਪ੍ਰਾਇਮਰੀ ਵੈਲੈਂਸੀ ਫੁੱਲਫਿਲ ਕਰੂਗਾ, ਉਹਨੂੰ ਅਸੀਂ ਡਾਟਡ ਲਾਈਨ ਦੇ ਨਾਲ ਸ਼ੋ ਕਰਦੇ ਹਾਂ। ਬਣਾ ਲਓ ਸਾਰੇ ਨਹੀਂ ਕਰਦੇ, ਪਹਿਲਾਂ ਡਾਟਡ ਲਾਈਨ ਬਣਾ ਲਓ, ਇਹ ਕਲੋਰੀਨ ਇੱਥੇ ਆ ਜਾਊਗਾ। ਉਸ ਤੋਂ ਬਾਅਦ ਇਹ ਕਲੋਰੀਨ ਇੱਥੇ ਆ ਜਾਊਗਾ और ਇਹ ਕਲੋਰੀਨ ਇੱਥੇ ਆ ਜਾਊਗਾ, ਠੀਕ ਹੈ ਜੀ। ਸੋ ਇਹ ਤੁਹਾਡਾ ਹੋ ਗਿਆ ਜੀ ਜਿਹੜਾ ਜੋ ਫਸਟ ਕੰਪਾਊਂਡ ਲਿਆ ਸੀ ਨਾ, ਠੀਕ ਹੈ ਜੀ। ਜਿਹਦੇ ਵਿੱਚ ਅਸੀਂ ਉਹਦੇ ਇਹਦੇ ਨਾਲ ਅਸੀਂ ਪ੍ਰੈਸਿਪੀਟੇਸ਼ਨ ਸਟੱਡੀ ਵੀ ਕੀਤੀ। ਕਲੀਅਰ ਹੈ ਜੀ। ਹੋਰ ਇੱਕ ਐਗਜ਼ਾਮਪਲ ਹੈ, ਬਹੁਤ ਜ਼ਿਆਦਾ ਕਲੀਅਰ ਹੋਊਗਾ ਇਹਨੂੰ ਬਣਾ ਲਿਆ ਪਹਿਲੇ ਸੋਚੀ ਤੇ ਵੀਡੀਓ ਚੱਲ ਪਈ। ਚਲੋ ਜੀ ਨੈਕਸਟ ਤੇ ਮੈਂ ਰਬ ਕਰਦੇ ਲੱਗਾ ਜੀ। ਹੁਣ ਉਹਨੇ ਸੈਕੰਡ ਕੰਪਾਊਂਡ ਜਿਹੜਾ ਹੈ ਤੁਸੀਂ ਦੱਸਣਾ ਮੈਨੂੰ ਭਾਈ, ਸੈਕੰਡ ਕੰਪਾਊਂਡ ਕਿਹੜਾ ਲਿਆ ਸੀ? वेरी गुड, ठीक है नहीं NH5 नहीं NH3 भाई हो। चलो सेकंड नंबर पे केड़ा आएगा साडे कोल फिर COCl3 और नाल के आएगा जी NH3 और इधर 5 मॉलिक्यूल। कोऑर्डिनेशन नंबर तो सुन मेरा देखो 5 कितना पता लगता है ओदी सेकेंडरी वैल्यू पता लगता है। ठीक है सही दस्या जी। ਹੁਣ ਦੇਖੋ ਜੀ ਤੁਹਾਨੂੰ ਇਹਦੇ ਵਿੱਚ ਚੀਜ਼ ਦੱਸੀ ਕਿ ਕੋਈ ਇਹੋ ਜਿਹੇ ਕੇਸ ਹੁੰਦੇ ਜਿਹਦੇ ਵਿੱਚ ਜਿਹੜੀ ਪ੍ਰਾਇਮਰੀ ਵੈਲੈਂਸੀ ਆ ਉਹ ਐਜ਼ ਸੈਕੰਡਰੀ ਵੈਲੈਂਸੀ ਬਿਹੇਵ ਕਰਦੀ ਹੈ। ਹੁਣ ਇਹਦੇ ਵਿੱਚ ਕੰਡੀਸ਼ਨ ਆ ਗਈ ਉਧਰ ਅਸੀਂ ਪ੍ਰੈਸਿਪੀਟੇਸ਼ਨ ਸਟੱਡੀ ਕੀਤੀ ਸੀ, ਉਧਰ ਉਹ ਤੁਹਾਨੂੰ ਦੱਸਿਆ ਆਇਨ ਦੀ ਗੱਲ ਕੀਤੀ ਆਇਨ ਦੀ, ਉਹਦੇ ਵਿੱਚ 3 ਆਇਨ ਆਉਂਦੇ ਤੇ 2 ਆਇਨ ਆਉਂਦੇ। ਕਿਉਂ 2 ਆਉਂਦੇ ਸੀ? ਕਿਉਂਕਿ ਜਿਹੜਾ ਕਲੋਰੀਨ ਹੈ ਉਹ ਇਹਦੇ ਨਾਲ ਜਾ ਕੇ ਬੌਂਡ ਕਰ ਲੈਂਦਾ, ਇਹਦੇ ਨਾਲ ਕੋਆਰਡੀਨੇਸ਼ਨ ਬੌਂਡ ਬਣਾ ਲੈਂਦਾ, ਠੀਕ ਹੈ ਜੀ। ਸ਼ੁਰੂ ਆਪਾਂ ਕਰਕੇ ਵੀ ਇੱਕ ਮਿੰਟ ਵੇਟ ਕਰੋ। सो देखो जी यदि एक डायग्राम बनानी है, डायग्राम की गल पूरी करनी है भाई। सेंटर मैटर एटम केड़ा दे विच कोबाल्ट, ग्रुप डी दे विच जो लिखिया हुंदा कोबाल्ट। सो देखो जी NH3 कितने साडे कोल 5 पहला दे कॉर्नर ते बना दो करके, ठीक है जी। NH3 नोट कर लो नाल, एक मिनट जी जेड़ा इतो पहला केस कीता ना
ਅਗਰ ਤੁਹਾਨੂੰ ਉਹਦੇ ਵਿੱਚ ਪੁੱਛੇ ਨਾ ਉਹਦੇ ਵਿੱਚ ਸਕੈਂਡਰੀ ਵੈਲੈਂਸੀ ਕਿੰਨੀ ਹੈ, ਜਿਹੜਾ ਮੈਂ ਤੋਂ ਪਹਿਲਾਂ ਕਿਹਾ ਕੰਮ ਤੁਸੀਂ ਨੋਟ ਕਰ ਲਓ। ਉਹਦੇ ਸਕੈਂਡਰੀ ਵੈਲੈਂਸੀ ਕਿੰਨੀ ਦੱਸੋ ਮੈਨੂੰ ਜਰਾ। 6 ਪ੍ਰਾਇਮਰੀ ਕਿੰਨੀ? सर प्राइमरी 3 और कोऑर्डिनेशन नंबर कितना है वो भी 6। ठीक है जी, ये प्लीज मेरे नाल नोट कर लो, ये बड़ी चीज नोट कर लो। मैं शॉर्ट से ऐसा था तुम पूरा लिख सकते हो। चलो जो ये तो कंप्लीट करिए अपन, चलो कंप्लीट ले सारा नोट कर लिया। यस सर। तो मैं पढ़ाई कर रहा हूं, अब अगर दोबारा नोट कर रहे थे सो देखो जी ਇਹਦੇ ਵਿੱਚ ਦੇਖੋ ਜੀ ਆਪਣਾ 4 ਤੇ ਬਣਾ ਲਏ, 4 ਐਨ ਤੇ ਬਣਾ ਲਿਆ। ਉਸ ਤੋਂ ਬਾਅਦ ਦੇਖੋ ਜੀ ਨੂੰ ਤਰ੍ਹਾਂ ਕਾਰਨਰ ਨੂੰ ਬੀਟ ਕਰਵਾ ਦਿਓ, ਪੂਰਾ ਕਾਰਨਰ ਇੱਥੇ ਕਰ ਦਿਓ। ਚਲੋ ਜੀ ਹੁਣ ਇਹਦੇ ਵਿੱਚ ਜਿਹੜਾ ਕਮਰੀਨ ਹੈ ਉਹ ਕੀ ਕਰੂਗਾ? ਹੁਣ ਸਾਡੇ ਕੋਲ ਤਿੰਨ ਕਮਰੀਨ ਨਹੀਂ ਹੈ। ਦੇਖੋ ਜਿਹੜੇ ਕਮਰੀਨ ਹੈ ਸਾਰੇ ਪ੍ਰਾਇਮਰੀ ਵੈਲੈਂਸੀ ਤੋਂ ਕਰਨਗੇ। एक भी कर दिया, फिर 2 कर दिया। ਇਹ ਕਿਹੜਾ ਕਮਰੀਨ ਹੈ ਉਹ ਪ੍ਰਾਇਮਰੀ ਵੈਲੈਂਸੀ ਨੂੰ ਸ਼ੋ ਕਰੂਗਾ ਪਲੱਸ ਸੈਕੰਡਰੀ ਵੈਲੈਂਸੀ ਨੂੰ ਸ਼ੋ ਕਰੂਗਾ। ਸੋ ਦੇਖੋ ਜੀ ਇਹ ਕਿਹੜਾ ਕਮਰੀਨ ਨੂੰ ਕਿੱਥੇ ਬਣਾਉਣਾ? देखो जी डार्क लाइन बना लो क्योंकि ये सेकेंडरी वैल्यू शो कर रही है। एक बार ना डॉटेड लाइन बना लो कि वो कमरीन ने प्राइमरी वैल्यू शो कर रही है, नोट कर लो जी। और ਜਿਹੜੇ दूसरे कमरीन पाए थे ਉਹਨਾਂ ਨੂੰ ਚਲੋ ਫਿਰ ਇਹ ਕਹਿੰਦੇ ਨਹੀਂ ਪਾਈ ਜਾਗੇ, ਇਹ ਕਹਿੰਦੇ ਨਹੀਂ ਇੱਥੇ ਬਣਾ ਲਓ। तो 5 आ जाए नहीं, मैं 4 ही बनाए। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਕਿੱਥੇ ਜਾਣਗੇ? ਚਲੋ ਇੱਥੇ ਬਣਾਓ, ਇਹ ਜਗ੍ਹਾ ਸਹੀ ਹੈ ਡਾਕਟਰ ਦੇ ਵਿੱਚ। ਇਹ ਸਿਰਫ ਪ੍ਰਾਇਮਰੀ ਵੈਲਯੂ ਸ਼ੋ ਕਰਦਾ। ਇਹ ਕਹਿੰਦੇ ਹੋਰ ਪਾਏਗਾ ਉਹਨੂੰ ਇੱਥੇ ਨੋਟ ਕਰ ਲਓ। ठीक है जी, ऐसे नोट कर लो। और देखो ਜਿਹੜਾ ਇਹ ਵਾਲਾ ਕਮਰੀਨ ਹੈ ਮੈਂ ਨੋਟ ਕਰਨ ਲੱਗਾ, ਇੱਥੇ ਮੈਂ ਕਰਨਾ ਨਹੀਂ ਚਾਹੀਦਾ ਮੈਨੂੰ। ਇਹ ਪ੍ਰਾਇਮਰੀ ਵੈਲਯੂ ਸ਼ੋ ਕਰਦਾ ਪਿਆ ਪਲੱਸ ਸੈਕੰਡਰੀ ਵੈਲਯੂ ਸ਼ੋ ਕਰਦਾ, ਦੋਨੋਂ ਵੈਲਯੂ ਸ਼ੋ ਕਰਦਾ ਪਿਆ। सर वो डार्क लाइन वाला नहीं करना है। ਕਿਹੜਾ ਜੀ? वो जेड़ा डार्क लाइन वाला। ਦੇਖੋ ਜੀ ਜਿਹੜੀ ਡਾਰਕ ਲਾਈਨ ਹੈ ਉਹ ਸੈਕੰਡਰੀ ਵੈਲਯੂ ਵਾਸਤੇ ਹੈ, ਜਿਹੜੀ ਡਾਟਡ ਲਾਈਨ ਹੈ ਉਹ ਪ੍ਰਾਇਮਰੀ ਵੈਲਯੂ ਵਾਸਤੇ ਹੈ। ਠੀਕ ਹੈ ਜੀ, डार्क लाइन को बोल्ड लाइन भी कहते हैं। टेक्स्ट बुक्स में बोल्ड लाइन है, कहीं डार्क भी लिखा होता है। ठीक है जी, फिर सब आई ओवर क्लियर हो जाएगा। एक एग्जांपल और लेते हैं, ठीक है, बहुत ज्यादा क्लियर हो जाता है, डाउट सारे क्लियर हो जाते हैं। चलो देखो जी देखो ये कोऑर्डिनेशन नंबर दोस्तों को कितना कोऑर्डिनेशन नंबर कितना देखो ऊपर 5 NI3 को पता लगना है, NI3 वीडियो सेकेंडरी वैल्यू शो करता है 5। ठीक है, सेकेंडरी वैल्यू कितनी है? वो भी 5 है। प्राइमरी वैल्यू 3। ये ऑपोजिट देख रहे हैं सीएन वाला दूसरा किया है, सीएन वाला जो पहले कोऑर्डिनेशन नंबर मैं लिखूंगा जैसे 10वां तक का डेफिनेशन कर दिया। चलो जी आप वाला तो नोट करते हैं, एग्जांपल हो रहा लगा, उसके बाद फिर अपन नेक्स्ट टॉपिक पे चल जाना। ठीक है, आ नोट करना सारा ने भाई। ये ज्योमेट्री वाली भी केड़ी पढ़ती थी दसो ना, ये पी ब्लॉक की पढ़ चुके ऑक्टाहेड्रल ज्योमेट्री पढ़ती है। सर ये कितने तो है 8 होते नहीं पर ऑक्टाहेड्रल होती है। ठीक है जी, ले लो जी ऑक्टाहेड्रल ज्योमेट्री। सर उधर ये 8 साइड से होंगे क्यों फिर इधर वो अपन यूनिट की क्या करते हैं, वो इलेक्ट्रॉन ਦੇ ਵਿੱਚ ਕਰ ਦਿੰਦੀ ਹੈ। ਪਰ ज्योमेट्री ਚੈੱਕ ਕਰੋ ਦੀ ਬੜੀ ਪੀ ਬਲੌਕ ਦੇ ਵਿੱਚ ਪ੍ਰੋਵਾਈਡ ਹੈ ज्योमेट्री ਦਾ। ਜਿੱਥੇ ਆਪਾਂ ਗੱਲ ਕੀਤੀ ਆ ਜੈਨਰ ਫਾਰਮੈਟ, ਜੈਨਰ ਟੈਟਰਾਫਾਰਮੈਟ ਦੀ ਗੱਲ ਕੀਤੀ ਹੈ, ਉਸ ਤੋਂ ਪੀਸੀਆਰ ਫਾਈਲ ਕੀਤਾ ਸੀ। ਠੀਕ ਹੈ ਜੀ, ਉਹਦੇ ਵਿੱਚ ਇਦਾਂ ਦੀ ज्योमेट्री ਬਣੀ ਹੋਊਗੀ, ਚੈੱਕ ਕਰਿਓ। ਚਲੋ ਜੇ ਐਗਜ਼ਾਮਪਲ ਹੋ ਲੈਣੀ ਹੈ, ਫਿਰ ਉਸ ਤੋਂ ਬਾਅਦ ਅਸੀਂ ਅੱਗੇ ਚੱਲ ਜਾਣਾ ਵਾ। नेक्स्ट आप लोग करो नेक्स्ट है साडे कोल थर्ड नंबर पे है जी, ਉਹਦੇ ਵਿੱਚ ਥੋੜਾ ਚੇਂਜ ਕਰ ਦਿਓ COCl3 ਇਨ ਕੰਪਾਰਟ ਵਿਦ ਕਲੋਰਾਈਡ। और ਇਹਦੇ ਵਿੱਚ ਕੀ ਆ ਜਿਹੜੇ ਅਮੋਨੀਆ ਦੇ ਮੋਲੀਕੂਲ ਹੈ ਜੀ Na3 ਦੱਸੋ ਜੀ ਕੋਆਰਡੀਨੇਸ਼ਨ नंबर ਕਿਹੜਾ ਕਿਹੜਾ ਹੈ? सर 4 और उस तो बाद प्राइमरी वैल्यू कितनी है? 3 प्राइमरी वैल्यू 3 है, सेकेंडरी वैल्यू 4। ਹੁਣ ਇਹਦੇ ਵਿੱਚ ਦੱਸਣਾ ਕਿ ਕਿੰਨੇ ਜਿਹੜੇ ਕਲੋਰੀਨ ਆ ਉਹ ਪ੍ਰਾਇਮਰੀ ਵੈल्यू ਸ਼ੋ ਕਰਨਗੇ ਪਲੱਸ ਸੈਕੰਡਰੀ ਵੈल्यू ਸ਼ੋ ਕਰਨਗੇ।
दसो सर कोई करूँगा ध्यान नाल देखो तो ये देखो फिर ऊपर आगे इतने 5 3 और 4 हो गया इतने चेंज होया सर इतने कोई चेंज है की होगा कितनी बोल्ट लाइन बन गई है दो बन गई कमरे जेडे कितने प्राइमरी यूनिवर्सिटी शो कर रहे प्लस सेकेंडरी यूनिवर्सिटी शो कर रहे पक्का तो तुम गलत जी हुन जेडे दो कमरे है वो प्राइमरी यूनिवर्सिटी शो कर रहे एज वेल एज सेकेंडरी यूनिवर्सिटी शो कर रहे क्योंकि इसलिए हुन एनएक्स जेडे है वो घट गया चलो पढ़ाऊंगा दा सेक्टर फिर कमाल जेड़ा साडा सेटलमेंट है मैं ग्रुप डी दे विच जिन्ने भी मैटर होंदे हैं जेडे कह सकते हैं इलेक्ट्रॉन डेफिशिएंट होंदे हैं जिन्हों ਅਸੀਂ लुईस एसिड कह देते हैं ठीक है ये बढ़िया चीज़ सारियां पी ब्लॉक में सर ये कैटलॉग होगा ना है ये कैटलॉग होगा फिर मेरे साथ ना भी ऑक्टेट होगा जो ऑक्टेट एलिमेंट कहते हैं चलो बनाओ सो देखो ये एनएच3 पहले कैसे बनावांगे सारी फॉर्मूला तो बना लिए इथे भी एनएच3 आ गया इथे भी एनएच3 आ गया एनएच3 आ गया एनएच3 आ गया ठीक है जी इस तरह करके रीड करा दो ਹੁਣ ਵੇਖੋ ਜੀ ਕਿੰਨੇ ਕਲੋਰੀਨ ਜਿਹੜੇ ਆ ਉਹ ਪ੍ਰਾਇਮਰੀ ਵੈਲੈਂਸ ਵੀ ਸ਼ੋ ਕਰਨਗੇ ਔਰ ਸੈਕੰਡਰੀ ਵੈਲੈਂਸ ਵੀ ਸ਼ੋ ਕਰਨਗੇ सर ਤੂੰ ਬਣਾਓ ਕਿੱਥੇ ਬਣਨਗੇ ਫਿਰ सर सही का देना ਸਾਈਡਾਂ ਤੇ ਚਲੋ ਜੀ ਜਿਹੜੀ ਸਾਡੀ ਐਕਸੀਅਲ ਪੋਜੀਸ਼ਨ ਹੈ ਨਾ ਦੇਖੋ ਜੇ ਬੋਰਡ ਲਾਈਨ ਬਣਾ ਲਈ ਬੋਰਡ ਲਾਈਨ ਕੀ ਸ਼ੋ ਕਰੂਗੀ ਸੈਕੰਡਰੀ ਵੈਲੈਂਸ ਸ਼ੋ ਕਰੂਗੀ ਔਰ ਜਿਹੜੀ ਡਾਟਡ ਲਾਈਨ ਹੈ डॉटर लाइन की शो करोगे जी प्राइमरी वैल्यू एक कमरे जैसे बना दो देते हैं एक बोल्ड लाइन एक डॉटर लाइन बोल्ड लाइन ਜਿਹੜੀ ਹੈ ਸੈਕੰਡਰੀ ਵੈਲੈਂਸ ਸ਼ੋ ਕਰਦੀ ਪਈ ਹੈ ਔਰ ਜਿਹੜੀ ਡਾਟਰ ਲਾइन ਹੈ ਕਲੋਰੀਨ ਦੀ ਪ੍ਰਾਇਮਰੀ ਵੈਲੈਂਸ ਸ਼ੋ ਕਰਦੀ ਪਈ ਹੈ ਇੱਕ ਕਮਰੇ ਦਿੱਤੇ ਆ ਸੋ ਕਿਹੜਾ ਬਾਈ ਦਾ ਕਿੱਥੇ ਲਾਵਾਂਗੇ ਜਿਹਦਾ ਆਪਾਂ ਇਧਰ ਬਣਾ ਲਵਾਂਗੇ ਇਧਰ ਬਣਾਣੀ ਪੈਂਦੀ ਹੈ ਇੱਥੇ ਬਣਾ ਲਓ ਇਹ ਕਿਹੜੀ ਲਾਈਨ ਹੋਊਗੀ ਹੁਣ ਪ੍ਰਾਇਮਰੀ ਦਾ ਮਤਲਬ ਕਿ ਡਾਟਡ ਹੋਊਗੀ ਬੋਲਡ ਹੋਊਗੀ सर डॉट डॉटेड होगी चलो यार कमरे इधर रहते हैं भाई ये कोई इशू नहीं है ये तो भी बना सकते हैं इस जगह पे सही होगा गलत नहीं होता ठीक है क्योंकि जेडे बंदे जगह वाले हम बना सकते हैं चलो इधर एक तो पता लग गया कोऑर्डिनेशन नंबर 4 है प्राइमरी वैल्यू 3 है सेकेंडरी वैल्यू 4 है ठीक है जी इधर दसो जेडे क्लोरीन कितने प्राइमरी वैल्यू और सेकेंडरी वैल्यू शो करते हैं इन जेडे दो क्लोरीन है वो करते हैं प्राइमरी वैल्यू शो करते हैं नाल की करते हैं जी सेकेंडरी वैल्यू शो करते हैं हां भाई ठीक है और अगर मैं जाऊँ जी सर हो गया टाइम हो तो 30 मिनट होते हो ऊपर हो गया 30 मिनट 32 मिनट हो गए 24 है सर ये टाइम 24 है नहीं 24 the loving time कल है ਉਸ ਤੋਂ ਬਾਅਦ ਦੇਖੋ ਜਿਹੜਾ ਚੈਪਟਰ ਹੈ ਇਹਦੇ ਵਿੱਚ ਅੱਗੇ ਵਧਣਾ
ਅੱਗੇ ਵਧਣ ਵਾਸਤੇ ਕੀ ਕਰਾਂਗੇ ਜੀ ਸਾਨੂੰ ਕੋਈ ਟਰਮਸ ਜਿਹੜੀਆਂ ਪੜ੍ਹਨੀਆਂ ਪੈਣੀਆਂ ਜਿਵੇਂ ਮੈਂ ਤੁਹਾਨੂੰ ਸੈਂਟਰਲ ਬੈਟਲ ਦਾ ਲਾ ਲੈਂਦਾ ਉਹ ਕੀ ਹੁੰਦੇ ਆ ਲਿਗੈਂਡਸ ਕੀ ਹੁੰਦੇ ਆ ਕੋਆਰਡੀਨੇਸ਼ਨ ਨੰਬਰ ਕੀ ਹੁੰਦਾ ਵਾ ਕੋਆਰਡੀਨੇਸ਼ਨ ਸਫੀਅਰ ਜਾਂ ਕੋਆਰਡੀਨੇਸ਼ਨ ਐਂਟੀਟੀ ਜਾਂ ਕੋਆਰਡੀਨੇਸ਼ਨ ਕੰਪਲੈਕਸ ਕੀ ਹੁੰਦਾ ਵਾ ਕਾਊਂਟਰ ਆਇਨ ਕੀ ਹੁੰਦਾ ਵਾ ਆਕਸੀਡੇਸ਼ਨ ਨੰਬਰ ਕੀ ਹੁੰਦਾ ਸਾਰਾ ਕੁਝ ਆਕਸੀਡੇਸ਼ਨ ਨੰਬਰ ਅਸੀਂ ਪੜ੍ਹ ਕੇ ਆਏ ਇਹਦੇ ਵਿੱਚ ਫੇਰ ਆਊਗਾ ਤੁਹਾਨੂੰ ਬੜਾ ਕਨਫਿਊਜ਼ ਵੀ ਕਰੂਗਾ ਤੁਹਾਨੂੰ ਕਈ ਚੀਜ਼ਾਂ ਮੰਨੀਆਂ ਨਹੀਂ ਜਾਂਦੀਆਂ ਜਦੋਂ ਆਪ ਪ੍ਰੋਬਲਮ ਦੇ ਵਿੱਚ ਪਰ ਕੋਈ ਗੱਲ ਨਹੀਂ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਉਹਦੀ ਬੈਲੈਂਸੀ ਹੁੰਦੀ ਆ ਉਹ ਆਪਾਂ ਵੱਧ ਵੀ ਲੈ ਸਕਦੇ ਘੱਟ ਕਹਿ ਸਕਦੇ ਹਾਂ ਬੈਲੈਂਸੀ ਜਿਹੜੀ ਵੇਰੀਏਬਲ ਹੁੰਦੀ ਹੈ ਇਸ ਕਰਕੇ ਕੋਈ ਦਿੱਕਤ ਹੁੰਦੀ ਹੈ ਕਰਨਾ ਵਾਸਤੇ ਚਲੋ ਜੀ ਨੈਕਸਟ ਨੋਟ ਕਰੋ ਇਹਦੇ ਨੋਟ ਕਰ ਲਓ ਸਮ ਇੰਪੋਰਟੈਂਟ ਟਰਮਸ ਸਮ ਇੰਪੋਰਟੈਂਟ ਟਰਮਸ some important terms. सब तो पहले तो ये आऊगा जी फर्स्ट टर्म है सेंट्रल बैटल एटम सेंट्रल बैटल एटम तो ये थोड़ी मतलब डिटेल थोड़ा देखो जी दिस एटम बिलोंग टू डी ब्लॉक दिस एटम बिलोंग टू डी ब्लॉक देखो डी ब्लॉक केड़ा ਹੁੰਦਾ ਜੀ ਇਹ ਸਾਰੇ ट्रांजिशन एलिमेंट ਹੁੰਦੇ ਆ ना जी सारे बैटल ही पाए जाते हैं और वो ट्रांजिशन को क्यों बोलते हैं क्योंकि इसकी प्रॉपर्टी ਜਿਹੜੀ है जो जो का एटॉमिक नंबर का इंक्रीज होता जाता है क्यों जो होती है जी उन्होंने प्रॉपर्टी चेंज होगा कह सकते हैं मेटल तो नॉन मेटल वाले जाते हैं ठीक है जी तो ये कहते हैं बिलोंग करते हैं हमेशा ही डी ब्लॉक ਦੇ ਵਿੱਚ ਬਿਲੋਂਗ ਕਰਦੇ ਆ ਜਿਵੇਂ ਇੱਕ ਕੁਆਲਿਟੀ ਗੱਲ ਕੀਤੀ ਹੋਣੇ ਕੁਆਲਿਟੀ ਹੈ ਇੱਕ ਮੈਟਲ ਹੈ ਉਸ ਤੋਂ ਬਾਅਦ ਕਾਪਰ ਆਊਗਾ ਨਿਕਲ ਆਊਗਾ ਜਿਹੜੀ ਪੜ੍ਹਨੇ ਆ ਸੋ ਨੈਕਸਟ ਨੋਟ ਕਰਨਾ ਜੀ ਇਹ ਡੀ ਬਲੌਕ ਦੇ ਵਿੱਚ ਬਿਲੋਂਗ ਕਰਦਾ ਤਾਂ ਉਸ ਤੋਂ ਬਾਅਦ ਦੇਖੋ ਜੀ ਇਹਦੇ ਕੋਲ ਵੇਕੈਂਟ ਡੀ ਆਰਬਿਟਲ ਹੁੰਦੇ ਆ ਇਹਦੇ ਕੋਲ ਵੇਕੈਂਟ ਡੀ ਆਰਬਿਟਲ ਹੁੰਦੇ ਆ ਪਤਾ ਨਾ ਵੇਕੈਂਟ ਡੀ ਆਰਬਿਟਲ ਕੀ ਹੁੰਦੇ ਆ ਡੀ ਦੇ ਵਿੱਚ ਕਿੰਨੇ ਰੂਮ ਹੁੰਦੇ ਆ ਜੀ ਸਰ 5 ਸੋ ਇਹਦਾ ਕਰਕੇ 5 ਰੂਮ ਹੁੰਦੇ ਆ ਦੇਖੋ ਜੀ ਮਿਨੀਮਮ ਕਿੰਨੇ ਇਲੈਕਟ੍ਰੋਨ ਆ ਸਕਦੇ ਇਹਦੇ ਵਿੱਚ मिनिमम 1 इलेक्ट्रॉन आ सकता है मैक्सिमम 10 इलेक्ट्रॉन आ सकते हैं ठीक है जी ये मैक्सिमम लिखा हुआ ये मिनिमम लिखा हुआ ठीक है जी सो ये कोई है कि वेकेंट डी ऑर्बिटल ਹੁੰਦਾ ਇਸ ਕਰਕੇ ਕੀ ਹੈ ਜੀ ਅਗਰ ਰੂਮ ਫ੍ਰੀ ਹੋਊਗਾ ਇਹ ਹੋਰ ਜਿਹੜੇ ਇਲੈਕਟ੍ਰੋਨ ਨੂੰ ਵੈਲਕਮ ਕਰ ਦੋ ਉਹ ਕਹਿੰਦਾ ਮੇਰੇ ਕੋਲ ਆ ਇਹ ਅਸੀਂ ਇਹਦੇ ਵਿੱਚ ਇੱਕ ਥਿਊਰੀ ਹੋਣੀ ਹੈ ਇਹਦੇ ਵਿੱਚ ਅੱਗੇ ਜਾ ਕੇ ਉਹ ਥਿਊਰੀ ਨੂੰ ਸਾਰਾ ਪਤਾ ਤਾਂ ਉਹਦੇ ਵਿੱਚ ਜਿਹੜੀਆਂ ਮੈਗਨੈਟਿਕ ਪ੍ਰੋਪਰਟੀ ਦਾ ਸਾਰੀ ਚੀਜ਼ ਸਮਝ ਆਉਂਦੀ ਕਿ ਵਾਕਈ ਉਹ ਰੂਮ ਫ੍ਰੀ ਦੇਖ ਨਹੀਂ ਹੁੰਦੇ कि सारे कुछ नहीं बात ठीक है जी इन्हें नोट रखो बाद में थ्योरी होनी लास्ट में जाके ਉਹਦੇ ਵਿੱਚ ਸਾਰਾ ਹੋਣਾ ਸੋ ਵੇਖੋ ਜੀ ਇਹਦੇ ਕੋਲ ਵੇਕੈਂਟ ਡੀ ਆਰਬਿਟਲ ਹੁੰਦੇ ਆ ਡੀ ਦੇ ਵਿੱਚ ਕਿੰਨੇ ਰੂਮ ਹੁੰਦੇ ਆ 5 ਰੂਮ ਹੁੰਦੇ ਆ ਔਰ ਇਹਦੇ ਵਿੱਚ ਮਿਨੀਮਮ ਇਲੈਕਟ੍ਰੋਨ ਆ ਸਕਦਾ ਮੈਕਸਿਮਮ 10 ਇਲੈਕਟ੍ਰੋਨ ਆ ਸਕਦੇ ਆ ਸੋ ਉਸ ਤੋਂ ਬਾਅਦ ਨੈਕਸਟ ਹੈਗਾ ਇਹਦੇ ਵਿੱਚ ਆਗੋ next है it is a Lewis acid it is Lewis acid को बोलते हैं कि ये चीज बड़ी बड़ी है कहते हैं बड़ी है क्या यूनिवर्सिटी दे 11वीं दी ठीक है जी Lewis acid ਦੇ ਵਿੱਚ ਕੀ ਹੁੰਦਾ ਜੀ it is electron rich के electron deficient भाई इलेक्ट्रॉन की घाट होती है कि इलेक्ट्रॉन ज्यादा होता है सर इलेक्ट्रॉन ज्यादा अपने को की लिखाई है वेकेंट डी ऑर्बिटल ऑर्बिटल ਜਿਹੜਾ डी है ਪਹਿਲਾਂ ਕਿਉਂ ਹੋਊਗਾ ਖਾਲੀ ਕਿਉਂ ਹੋਊਗਾ ਜਦੋਂ ਇਲੈਕਟ੍ਰੋਨ ਘੱਟ ਹੋਣਗੇ ਫਿਰ ਇਹ ਕੀ ਹੋਊਗਾ ਇਲੈਕਟ੍ਰੋਨ ਕੀ ਹੋਊਗਾ ਜੀ ਘੱਟ ਇਲੈਕਟ੍ਰੋਨ ਡੈਫੀਨਿਟ ਰਹੇਗਾ ਡੈਫੀਨਿਟ ਇਹ ਕੋਲ ਇਲੈਕਟ੍ਰੋਨ ਦੀ ਘਾਟ ਹੁੰਦੀ ਹੈ ਜੀ ਜਾਂ ਲੈਕ ਆਫ ਇਲੈਕਟ੍ਰੋਨ ਲਿਖ ਸਕਦੇ ਠੀਕ ਹੈ ਜੀ ਇਲੈਕਟ੍ਰੋਨ ਡੈਫੀਨਿਟ ਦੇਖੋ ਜੀ ਇਹ ਸੈਪਟਰ ਹੋਊਗਾ ਕਿ ਡੋਨਰ ਹੋਊਗਾ क्योंकि ये कोई खाली जगह वा बार बार इलेक्ट्रॉन को वेलकम करो नोट कर लो फिर भी इट इज एक्सेप्टर ऑफ आयंस एंड इलेक्ट्रॉन ले लो ये एक्सेप्टर हो एग्जांपल नोट करो कि केड़े आ सकते जेडे हम पढ़ने दे चैप्टर दे विच सो एग्जांपल दे विच नोट कर लो सब तो पहले एक बाल्ट पढ़िया जी
कबाल्टी में एक मेटल है और डी ब्लॉक में ट्राई करता तो उसमें निकल की गल कर लो, निकल तो बाद आयरन की गल कर लो, ये पढ़ना है सारे सिलेबस है कबाल्टी में पढ़ना, ठीक है जी। और इस तो अलावा और भी हो सकते हैं पर सारे सिलेबस है, ठीक है जी। ये ताड़ा सेंट्रल मेटल है। उस तो बाद सेंटर के ऑपोजिट लिगेंड्स, नंबर 2 बाकी ले लो जी लिगेंड्स। बेटा लिगेंड्स का कोऑर्डिनेशन नंबर भी कहते हैं, जेड़ा लिगेंड्स का कोऑर्डिनेशन नंबर भी कहते हैं। और इट इज आल्सो नोन एज सेकेंडरी, इट इज आल्सो शो द सेकेंडरी फ्रीक्वेंसी, इस सेकेंडरी फ्रीक्वेंसी शो करता है। चलो जी इनको इधर नोट करो। लिगेंड्स इज ए एटम्स और ग्रुप ऑफ एटम्स present in coordination compound. It is a atom, definition है जी, atoms or group of atoms, group of atoms present in coordination compound, present in coordination compound is known as ligands. उस तो बाद देखो जी भाई अगला ना एक और लाइन नोट कर लो, ये पॉजिटिवली चार्ज होते हैं, ये पॉजिटिवली चार्ज होते हैं, मोस्टली पॉजिटिवली होते हैं। जेडे सेंट्रल मेटल एटम है ना, इधर नोट कर लो, पॉजिटिवली चार्ज होते हैं। तो इतने नोट कर लो, मैं रहते हैं आगे देखो जी, ये फर्स्ट की कंडीशन है, इट इज नेगेटिवली चार्ज, नेगेटिवली चार्ज।